हेलो डियर स्टूडेंट्स। आज अपना अगला विषय है ਸਾਹਿਤ रूप ਦਾ ਨਿੱਕੀ कहानी। शुरू करते हाँ पंजाबी ਸਾਹਿਤ रूप ਦਾ ਨਿੱਕੀ कहानी। ਨਿੱਕੀ कहानी ਦਾ अर्थ, परिभाषा ਅਤੇ ਤੱਤਾਂ ਬਾਰੇ संक्षेप जानकारी। शुरू करते हैं ਨਿੱਕੀ कहानी। ਨਿੱਕੀ कहानी पंजाबी ਸਾਹਿਤ ਦਾ विकसित रूप है। ਨਿੱਕੀ ਕਹਾਣੀ ਨੂੰ ਪੰਜਾਬੀ ਸਾਹਿਤ ਦਾ ਵਿਕਸਿਤ ਰੂਪ ਮੰਨਿਆ ਜਾਂਦਾ ਹੈ। ਇਸ ਨੇ ਸਾਹਿਤ ਦੇ ਹੋਰਾਂ ਰੂਪਾਂ ਨਾਲੋਂ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ। ਆਧੁਨਿਕ ਯੁੱਗ ਵਿੱਚ ਇਸ ਦਾ ਜਨਮ ਪੱਛਮੀ ਪ੍ਰਭਾਵ ਹੇਠ ਹੋਇਆ। ਨਿੱਕੀ ਕਹਾਣੀ ਨੂੰ ਅੰਗਰੇਜ਼ੀ ਵਿੱਚ ਸ਼ਾਰਟ ਸਟੋਰੀ ਕਿਹਾ ਜਾਂਦਾ ਹੈ। ਆਧੁਨਿਕ ਯੁੱਗ ਬਹੁਤ ਰੁਝੇਵਿਆਂ ਭਰਿਆ ਹੈ। ਮਨੁੱਖ ਕੋਲ ਵੇਲ ਖਤਮ ਹੁੰਦੀ ਜਾ ਰਹੀ ਹੈ। ਇਸ ਲਈ ਪਾਠਕਾਂ ਕੋਲ ਇੰਨਾ ਧੀਰਜ ਨਹੀਂ ਕਿ ਉਹ ਸਾਹਿਤਕ ਆਨੰਦ ਲਈ ਕਿਸੇ ਵੱਡੇ ਆਕਾਰ ਦੀ ਰਚਨਾ ਨੂੰ ਪੜ੍ਹ ਸਕੇ। ਇਸੇ ਮਨੁੱਖੀ ਪ੍ਰਵਿਰਤੀ ਨੇ ਨਿੱਕੀ ਕਹਾਣੀ ਦੇ ਜਨਮ ਤੇ ਵਿਕਾਸ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਹ ਸੀ ਆਪਣੀ ਨਿੱਕੀ ਕਹਾਣੀ ਦਾ ਅਰਥ। ਨਿੱਕੀ ਕਹਾਣੀ ਨੂੰ ਪੰਜਾਬੀ ਸਾਹਿਤ ਦਾ ਵਿਕਸਿਤ ਰੂਪ ਮੰਨਿਆ ਹੈ। ਸਾਹਿਤ ਦੇ ਰੂਪ ਹੋਰ ਵੀ ਹੈ, ਪਰ ਜਿੰਨਾ ਇਹਨੇ ਵਿਕਾਸ ਕੀਤਾ ਹੈ ਤੇਜ਼ੀ ਨਾਲ, ਇੰਨਾ ਹੋਰ ਕਿਸੇ ਸਾਹਿਤ ਨੇ ਨਹੀਂ ਕੀਤਾ। ਇਹ ਵੀ ਆਪਣੇ ਜਿਹੜੇ ਪੱਛਮੀ ਦੇਸ਼ਾਂ ਦੀ, ਪੱਛਮ ਵੱਲ ਦੀ ਇਹ ਆਪਣਾ ਪ੍ਰਭਾਵ ਦਿੰਦੀ ਹੈ। ਅੰਗਰੇਜ਼ੀ ਵਿੱਚ ਇਹਨੂੰ ਸ਼ਾਰਟ ਸਟੋਰੀ ਕਿਹਾ ਜਾਂਦਾ ਹੈ। ਅਤੇ ਇਹ ਨਿੱਕੀ ਕਹਾਣੀ ਕਿਉਂ ਬਣੀ? ਕਿਉਂਕਿ ਅੱਜ ਦਾ ਸਮਾਂ ਇਹਨਾਂ ਰੁਝੇਵਿਆਂ ਭਰਿਆ ਹੈ ਕਿ ਕਿਸੇ ਕੋਲ ਪੂਰਾ ਸਾਹਿਤ ਜਾਂ ਉਹਨੂੰ ਚੰਗੀ ਤਰ੍ਹਾਂ ਵਿਸਥਾਰ ਨਾਲ ਪੜ੍ਹਨ ਦਾ ਸਮਾਂ ਨਹੀਂ ਗਾ। ਅਤੇ ਨਿੱਕੀ ਕਹਾਣੀ ਉਸ ਸਾਹਿਤ ਨੂੰ ਸ਼ਾਰਟ ਦੇ ਵਿੱਚ ਸ਼ਾਰਟ ਸਟੋਰੀ, ਛੋਟੀ ਕਹਾਣੀ ਬਣਾ ਕੇ ਪੇਸ਼ ਕਰਦੀ ਹੈ ਤਾਂ ਜੋ ਪਾਠਕਾਂ ਦੇ ਮਨਾਂ 'ਤੇ ਆਪਣਾ ਪ੍ਰਭਾਵ ਪਾਉਂਦੀ ਹੈ। ਪਰਿਭਾਸ਼ਾ ਹੈ ਜੀ ਐਡਗਰ ਐਨਲ ਲਿਖਦਾ ਹੈ ਕਿ ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਹੈ ਜਿਸ ਨੂੰ ਇੱਕੋ ਬੈਠਕ ਵਿੱਚ ਪੜ੍ਹਿਆ ਜਾ ਸਕੇ ਅਤੇ ਜੋ ਪਾਠਕਾਂ ਅਤੇ ਆਪਣਾ ਤਿੱਖਾ ਪ੍ਰਭਾਵ ਪਾ ਸਕੇ। ਨਿੱਕੀ ਕਹਾਣੀ ਕੀ ਹੈ? ਇੱਕੋ ਬੈਠਕ ਵਿੱਚ। ਇਹ ਬਹੁਤਾ ਸਮਾਂ ਨਹੀਂ ਲੈਂਦੀ। ਇਹ ਕੁਝ ਸਮੇਂ 'ਚ ਹੀ ਪੜ੍ਹੀ ਜਾ ਸਕਦੀ ਹੈ। ਇਹ ਇਹਦੀ ਵਿਸ਼ੇਸ਼ਤਾ ਹੈ। ਡਾਕਟਰ ਦਲੀਪ ਕੌਰ ਟਿਵਾਣਾ ਅਨੁਸਾਰ ਅੱਜ ਦੀ ਕਹਾਣੀ ਮਨੁੱਖ ਨੂੰ ਹੈਰਾਨ ਕਰਨ ਲਈ, ਉਸ ਦੀ ਉਤਸੁਕਤਾ ਜਗਾਉਣ ਲਈ ਜਾਂ ਅਸਧਾਰਨ ਪਾਤਰ, ਅਸਧਾਰਨ ਘਟਨਾਵਾਂ ਲੱਭ ਕੇ ਨਹੀਂ ਲਿਆਉਂਦੀ, ਸਗੋਂ ਸਧਾਰਨ ਮਨੁੱਖ ਦੀ ਸਧਾਰਨ ਜ਼ਿੰਦਗੀ ਦੀ ਗੱਲ ਕਰਦੀ ਹੈ। ਨਿੱਕੀ ਕਹਾਣੀ ਅੱਜ ਦੇ ਸੱਭਿਆਚਾਰਕ ਚਿੰਨ੍ਹਾਂ ਨੂੰ ਦੂਜੇ ਸਾਹਿਤ ਰੂਪਾਂ ਨਾਲੋਂ ਵਧੇਰੇ ਸਾਰਥਕਤਾ ਨਾਲ ਪੇਸ਼ ਕਰਦੀ ਹੈ। ਪਹਿਲਾ ਬਿੰਦੂ ਹੈ ਆਪਣਾ ਨਿੱਕੀ ਕਹਾਣੀ ਦੇ ਤੱਤਾਂ 'ਚੋਂ ਕਥਾ ਵਸਤੂ। ਇਹ ਸੀ ਆਪਣੀ ਪਹਿਲਾਂ ਨਿੱਕੀ ਕਹਾਣੀ ਦਾ ਅਰਥ ਅਤੇ ਕੁਝ ਕੁ ਪਰਿਭਾਸ਼ਾਵਾਂ। ਕਥਾ ਵਸਤੂ। ਨਿੱਕੀ ਕਹਾਣੀ ਕਿਸੇ ਇੱਕ ਵਿਚਾਰ ਦੁਆਲੇ ਘਟਨਾਵਾਂ, ਪਾਤਰਾਂ, ਸ਼ਬਦਾਂ ਅਤੇ ਭਾਵਾਂ ਦਾ ਬੁਣਿਆ ਹੋਇਆ ਜਾਲ ਹੁੰਦੀ ਹੈ। ਵੀ ਜਿਹੜੀ ਨਿੱਕੀ ਕਹਾਣੀ ਹੈ, ਜਿਸ ਤਰ੍ਹਾਂ ਜਾਲ ਬੁਣਿਆ ਜਾਂਦਾ ਹੈ, ਇਹ ਸਭ ਇੱਕ ਦੂਜੇ ਦੇ ਵਿੱਚ ਉਲਝੇ ਹੋਏ ਹੁੰਦੇ ਨੇ। ਸਭ ਇਹਨਾਂ ਨੂੰ ਜਾਲ ਦੀ ਤਰ੍ਹਾਂ, ਜਿਵੇਂ ਜਾਲ ਬੁਣਿਆ ਜਾਂਦਾ ਹੈ, ਉਸੇ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਰਲਾ ਕੇ ਬੁਣਿਆ ਜਾਂਦਾ ਹੈ, ਪਿਰੋਇਆ ਜਾਂਦਾ ਹੈ। ਕਹਾਣੀ ਵਿੱਚ ਆਮ ਤੌਰ 'ਤੇ ਇੱਕ ਹੀ ਵਿਚਾਰ ਹੁੰਦਾ ਹੈ ਕਿ ਜਿਸ ਨੂੰ ਸਪਸ਼ਟ ਕਰਨ ਲਈ ਕਹਾਣੀਕਾਰ ਆਪਣੀ ਵਿਧੀ ਦੀ ਵਰਤੋਂ ਕਰਦਾ ਹੈ। ਕਈ ਵਾਰ ਕਹਾਣੀਕਾਰ ਆਪਣੀ ਕਲਪਨਾ ਸ਼ਕਤੀ ਦੇ ਆਧਾਰ 'ਤੇ ਹੀ ਘਟਨਾਵਾਂ ਦੀ ਉਸਾਰੀ ਕਰਦਾ ਹੈ।
ਕਈ ਤਾਂ ਘਟਨਾਵਾਂ ਅਸਲ ਹੁੰਦੀਆਂ, ਪਰ ਕਈ ਘਟਨਾਵਾਂ ਨੂੰ ਕਲਪਨਾ, ਕਹਾਣੀਕਾਰ ਦੀ ਜਿਹੜੀ ਆਪਣੀ ਕਲਪਨਾ ਹੁੰਦੀ ਹੈ, ਉਹਦੀ ਸੋਚਣੀ ਸਮਝਣੀ 'ਤੇ ਹੁੰਦਾ ਹੈ ਤਿਆਰ ਕੀਤਾ। ਕਹਾਣੀ ਦੀ ਗੋਂਦ ਵਿੱਚ ਕਿਸੇ ਤਣਾਅ ਜਾਂ ਸੰਘਰਸ਼ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਹਾਣੀ ਵਿੱਚ ਰੌਚਕਤਾ ਵੀ ਕਹਾਣੀ ਦੀ ਸਫਲਤਾ ਵਿੱਚ, ਜਿਹੜੀ ਕਹਾਣੀ ਦੀ ਗੋਂਦ ਵਿੱਚ ਰੌਚਕਤਾ ਹੋਊਗੀ ਤਾਂ ਕਹਾਣੀ ਵਿੱਚ ਸਫਲਤਾ ਦੇ ਵਿੱਚ ਵੀ ਵਾਧਾ ਹੋਊਗਾ। ਪਾਤਰ ਅਤੇ ਪਾਤਰ ਉਸਾਰੀ। ਨਿੱਕੀ ਕਹਾਣੀ ਦੀ ਬਣਤਰ ਵਿੱਚ ਪਾਤਰ ਉਸਾਰੀ ਲਈ ਬਹੁਤੀ ਥਾਂ ਨਹੀਂ, ਸਗੋਂ ਪਰ ਆਧੁਨਿਕ ਨਿੱਕੀ ਕਹਾਣੀ ਦਾ ਸੰਬੰਧ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਨਾਲ ਜੁੜਿਆ ਹੋਣ ਕਰਕੇ ਇਸ ਦਾ ਮਹੱਤਵ ਵੱਧ ਗਿਆ ਹੈ। ਕਹਾਣੀ ਵਿਚਲੇ ਪਾਤਰ ਘਟਨਾਵਾਂ ਅਨੁਸਾਰ ਜਿਉਂਦੇ ਤੇ ਜਾਗਦੇ ਰੂਪ ਵਿੱਚ ਪੇਸ਼ ਹੋਣੇ ਚਾਹੀਦੇ ਹਨ। ਪਾਤਰ ਜਿੰਨੇ ਸੁਭਾਵਿਕ ਹੋਣਗੇ, ਕਹਾਣੀ ਓਨੀ ਹੀ ਪ੍ਰਮੁੱਖਤਾ ਦੇ ਨੇੜੇ ਹੋਵੇਗੀ। ਕਹਾਣੀ ਵਿੱਚ ਪਾਤਰ ਉਸਾਰੀ ਲਈ ਆਮ ਤੌਰ 'ਤੇ 4 ਪ੍ਰਕਾਰ ਸਾਹਮਣੇ ਆਉਂਦੇ ਹਨ, ਜਿਵੇਂ ਬਣਤਰ ਰਾਹੀਂ, ਸੰਕੇਤਾਂ ਰਾਹੀਂ, ਵਾਰਤਾਲਾਪ ਰਾਹੀਂ ਅਤੇ ਘਟਨਾਵਾਂ ਕਾਰਜਾਂ ਰਾਹੀਂ। ਇਹ ਸਭ ਕੁਝ ਪ੍ਰਤੱਖ ਦੀ ਥਾਂ 'ਤੇ ਪਰੋਖ ਰੂਪ ਵਿੱਚ ਹੋਣਾ ਚਾਹੀਦਾ ਹੈ। ਤੀਜਾ ਬਿੰਦੂ ਆਪਣਾ ਵਾਰਤਾਲਾਪ। ਵਾਰਤਾਲਾਪ ਪਾਤਰਾਂ ਦੀ ਸਥਿਤੀ ਸੁਭਾਵਿਕ ਹੋਣੀ ਚਾਹੀਦੀ ਹੈ। ਕਹਾਣੀ ਵਿਚਲੇ ਵਾਰਤਾਲਾਪ ਚੁਸਤ ਤੇ ਸੁਭਾਵਿਕ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ। ਵੀ ਜਿਹੜਾ ਵਾਰਤਾਲਾਪ ਹੈ ਪਾਠਕਾਂ ਦੀ ਸਥਿਤੀ ਅਨੁਸਾਰ ਹੋਣੀ ਚਾਹੀਦੀ ਹੈ। ਵੀ ਕਹਾਣੀ ਵਿੱਚ ਜਿਹੜਾ ਵਾਰਤਾਲਾਪ ਹੋਊਗਾ ਉਹ ਚੁਸਤ ਵੀ ਹੋਵੇ, ਸੁਭਾਵਿਕ ਵੀ ਹੋਵੇ ਅਤੇ ਪਾਤਰਾਂ ਦੇ ਅਨੁਕੂਲ ਵੀ ਹੋਣੇ ਚਾਹੀਦੇ ਹਨ। ਉਹ ਪਾਤਰ ਦੇ ਗੁਣ ਔਗਣ ਅਤੇ ਪਾਤਰਾਂ ਦੀ ਮਨੋਦਸ਼ਾ ਨੂੰ ਪੂਰਨ ਰੂਪ ਵਿੱਚ ਪੇਸ਼ ਕਰਨ। ਵਾਰਤਾਲਾਪ ਆਕਾਰ ਵਿੱਚ ਛੋਟੇ ਹੋਣੇ ਚਾਹੀਦੇ ਹਨ, ਕਿਉਂਕਿ ਲੰਮੇ ਵਾਰਤਾਲਾਪ ਕਹਾਣੀ 'ਤੇ ਪ੍ਰਭਾਵ ਨੂੰ ਘਟਾਉਂਦੇ ਹਨ। ਵਾਤਾਵਰਣ। ਪਾਠਕਾਂ ਨੂੰ ਕਹਾਣੀ ਨਾਲ ਜੋੜਨ ਲਈ ਉਚਿਤ ਵਾਤਾਵਰਣ ਦੀ ਲੋੜ ਹੁੰਦੀ ਹੈ। ਕਹਾਣੀ ਵਿੱਚ ਪੇਸ਼ ਕੀਤਾ ਜਾਣ ਵਾਲਾ ਵਿਚਾਰ ਉਦੋਂ ਹੀ ਪਾਠਕਾਂ ਤੱਕ ਸਹਿਜੇ ਪਹੁੰਚ ਸਕਦਾ ਹੈ ਜੇਕਰ ਉਚਿਤ ਵਾਤਾਵਰਣ ਤਿਆਰ ਕੀਤਾ ਜਾ ਸਕੇ। ਉਚਿਤ ਵਾਤਾਵਰਣ ਤੋਂ ਬਿਨਾਂ ਕਹਾਣੀ ਦੀ ਰੌਚਕਤਾ ਨੂੰ ਠੇਸ ਪਹੁੰਚਦੀ ਹੈ। ਵੀ ਜੇ ਆਪਾਂ ਕਹਾਣੀ ਦਾ ਜਿਹੜਾ ਵਾਤਾਵਰਣ ਹੈ ਉਹਦਾ ਉਚਿਤ ਹੋਣਾ ਚਾਹੀਦਾ ਹੈ, ਭਾਵ ਜਿਸ ਤਰ੍ਹਾਂ ਦੀ ਕਹਾਣੀ ਹੈ ਉਸ ਤਰ੍ਹਾਂ ਦਾ ਹੀ ਵਾਤਾਵਰਣ ਹੋਣਾ ਚਾਹੀਦਾ ਹੈ, ਜੋ ਕਿ ਉਹ ਪਾਠਕਾਂ ਦੇ ਸਹਿਜੇ ਹੀ ਸਮਝ ਆ ਸਕੇ, ਪਹੁੰਚ ਸਕੇ। ਭਾਸ਼ਾ ਅਤੇ ਸ਼ੈਲੀ। ਭਾਸ਼ਾ ਨੂੰ ਵਿਚਾਰਾਂ ਦਾ ਵਾਹਨ ਕਿਹਾ ਗਿਆ ਹੈ। ਭਾਸ਼ਾ ਦੀ ਸ਼ੁੱਧਤਾ, ਸਰਲਤਾ ਅਤੇ ਸਪਸ਼ਟਤਾ ਕਹਾਣੀ ਵਿੱਚ ਸੂਝ ਵਿਚਾਰਾਂ ਨੂੰ ਲੈ ਕੇ ਆਉਂਦੀ ਹੈ। ਸ਼ੈਲੀ ਵਿਚਾਰਾਂ ਨੂੰ ਪੇਸ਼ ਕਰਨ ਦੀ ਵਿਧੀ ਹੈ। ਵੀ ਜਿਹੜੀ ਭਾਸ਼ਾ ਜਾਂ ਸ਼ੈਲੀ ਹੈ, ਜੋ ਕਹਾਣੀਕਾਰ ਦੇ ਉਹਦੇ ਵਿਚਾਰ ਹੈ, ਉਹਨਾਂ ਨੂੰ ਪੇਸ਼ ਕਿਸ ਤਰ੍ਹਾਂ ਹੀ ਕਰ ਸਕਦਾ, ਉਹ ਆਪਣੀ ਭਾਸ਼ਾ ਜਾਂ ਸ਼ੈਲੀ ਰਾਹੀਂ। ਉਦੇਸ਼। ਸਾਹਿਤਕਾਰ ਜਦੋਂ ਕੋਈ ਰਚਨਾ ਕਰਦਾ ਹੈ ਤਾਂ ਉਸ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ, ਜਿਸ ਨੂੰ ਉਹ ਆਪਣੀ ਰਾਹੀਂ ਦੂਜਿਆਂ ਤੱਕ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਕਹਾਣੀ ਦੀ ਵੀ ਕਿਸੇ ਨਾ ਕਿਸੇ ਉਦੇਸ਼ ਦੀ
ਪੂਰਤੀ ਕਰਦੀ ਹੈ। ਇਹ ਉਦੇਸ਼ ਰਾਜਨੀਤਿਕ, ਆਰਥਿਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਸਾਹਿਤਕ ਕੋਈ ਵੀ ਹੋ ਸਕਦਾ ਹੈ, ਪਰ ਕਹਾਣੀ ਦਾ ਉਦੇਸ਼ ਸਾਹਿਤਕ ਆਨੰਦ ਪ੍ਰਦਾਨ ਕਰਨਾ ਅਤੇ ਪਾਠਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ। ਇਹ ਕਹਾਣੀ ਦਾ ਮੁੱਖ ਉਦੇਸ਼ ਹੁੰਦਾ ਹੈ। ਇਸ ਨੂੰ ਧਿਆਨ 'ਚ ਹੀ ਰੱਖ ਕੇ ਕਹਾਣੀ ਲਿਖੀ ਜਾਂਦੀ ਹੈ। ਉਪਰੋਕਤ ਤੱਤਾਂ ਦੇ ਆਧਾਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਨਿੱਕੀ ਕਹਾਣੀ ਦੇ ਹਰਮਨ ਪਿਆਰਾ ਹੋਣ ਲਈ ਇਹ ਸਾਰੇ ਤੱਤ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸੀ ਆਪਣੀ ਨਿੱਕੀ ਕਹਾਣੀ। ਧੰਨਵਾਦ।